ਸੱਚੀ ਬਾਣੀ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸੱਚੀ ਬਾਣੀ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਬਾਈਬਲ ਧਰਮ ਸ਼ਾਸਤਰ ਦੀ ਪਹਿਲੀ ਪੁਸਤਕ ਉਤਪਤ ਦਾ ਲੜੀਵਾਰ ਅਧਿਐਨ ਕਰ ਰਹੇ ਹਾਂ। ਬਾਈਬਲ ਉਹ ਪੁਸਤਕ ਹੈ ਜਿਹੜੀ ਸ੍ਰਿਸ਼ਟੀ ਦੀ ਸ਼ੁਰੂਆਤ ਦੇ ਬਾਰੇ ਵਿਸਤਾਰ ਨਾਲ ਵਿਵਰਣ ਪੇਸ਼ ਕਰਦੀ ਹੈ। ਉਸ ਤਰ੍ਹਾਂ ਦਾ ਵੇਰਵਾ ਦੁਨੀਆ ਦੇ ਕਿਸੇ ਵੀ ਹੋਰ ਦਸਤਾਵੇਜ਼ ਵਿੱਚ ਨਹੀਂ ਮਿਲਦਾ। ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਵੰਸ਼ਾਵਲੀਆਂ ਨੂੰ ਵੇਖਿਆ। ਅਸੀਂ ਕੈਨ ਦੇ ਜੀਵਨ ਨੂੰ ਅਤੇ ਉਸ ਦੇ ਨਾਲ ਹੀ ਉਸ ਦੇ ਕੁੱਲ ਤੋਂ ਪੈਦਾ ਹੋਈ ਇੱਕ ਅਜਿਹੀ ਸੱਭਿਅਤਾ ਨੂੰ ਵੇਖਿਆ ਜੋ ਕਿ ਨਾਸਤਿਕ ਸੀ ਅਤੇ ਪਰਮੇਸ਼ਰ ਤੋਂ ਬਹੁਤ ਦੂਰ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਤਪਤ ਦੇ 5 ਅਧਿਆਇਆਂ 'ਤੇ ਗੌਰ ਕਰਾਂਗੇ। ਇਹ ਅਧਿਆਇ ਆਦਮ ਦੀ ਜੀਵਨ ਕਥਾ ਦਾ ਆਖਰੀ ਅਧਿਆਇ ਮੰਨਿਆ ਜਾਂਦਾ ਹੈ। ਆਓ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਅਧਿਐਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਭਜਨ। ਸੁਣ ਲਵੋ ਸਾਚੀ ਬਾਣੀ, ਇਹ ਹੈ ਯਿਸੂ ਦੀ ਕਹਾਣੀ, ਇਹ ਹੈ ਯਿਸੂ ਦੀ ਕਹਾਣੀ। ਸੁਣ ਲਵੋ ਸਾਚੀ ਬਾਣੀ, ਸੁਣ ਲਵੋ ਸਾਚੀ ਬਾਣੀ। ਯਿਸੂ ਜਗ ਵਿੱਚ ਆਇਆ, ਪਿਆਰ ਮਹਾਨ ਵਖਾਇਆ। ਯਿਸੂ ਜਗ ਵਿੱਚ ਆਇਆ, ਪਿਆਰ ਮਹਾਨ ਵਖਾਇਆ। ਦਿੱਤੀ ਸੂਲੀ ਤੇ ਕੁਰਬਾਨੀ, ਯਿਸੂ ਦੀ ਕਹਾਣੀ। ਸੁਣ ਲਵੋ ਸਾਚੀ ਬਾਣੀ, ਸੁਣ ਲਵੋ ਸਾਚੀ ਬਾਣੀ। ਸਾਡੇ ਇਸ ਪ੍ਰੋਗਰਾਮ ਵਿੱਚ ਬਾਈਬਲ ਧਰਮ ਸ਼ਾਸਤਰ ਦੀ ਸਿੱਖਿਆ ਨਾਲ ਸੰਬੰਧਿਤ ਸਾਰੇ ਸਰੋਤਾ ਅਜੀਜ਼ੋ, ਇਸ ਪ੍ਰੋਗਰਾਮ ਵਿੱਚ ਅਸੀਂ ਉਤਪਤੀ ਦੀ ਪੁਸਤਕ ਉਸ ਦੇ 5ਵੇਂ ਅਧਿਆਇ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਅਧਿਆਇ ਨੂੰ ਆਦਮ ਦੀ ਜੀਵਨ ਕਥਾ ਦਾ ਆਖਰੀ ਅਧਿਆਇ ਵੀ ਕਿਹਾ ਜਾਂਦਾ ਹੈ। ਇਸ ਅਧਿਆਇ ਦੀਆਂ ਪਹਿਲੀਆਂ 2 ਆਇਤਾਂ ਵਿੱਚ ਲਿਖਿਆ ਹੋਇਆ ਹੈ ਕਿ ਇਹ ਆਦਮ ਦੀ ਕੁੱਲ ਪੱਤਰੀ ਦੀ ਪੋਥੀ ਹੈ। ਜਿਸ ਦਿਨ ਪਰਮੇਸ਼ਵਰ ਨੇ ਆਦਮ ਨੂੰ ਉਤਪਤ ਕੀਤਾ, ਉਸਨੇ ਪਰਮੇਸ਼ਵਰ ਵਰਗਾ ਉਸ ਨੂੰ ਬਣਾਇਆ। ਨਰ ਨਾਰੀ ਉਹਨਾਂ ਨੂੰ ਉਤਪਤ ਕੀਤਾ ਅਤੇ ਉਹਨਾਂ ਨੂੰ ਅਸੀਸ ਦਿੱਤੀ, ਅਤੇ ਜਿਸ ਦਿਨ ਉਹਨਾਂ ਨੂੰ ਉਤਪਤ ਕੀਤਾ ਉਹਨਾਂ ਦਾ ਨਾਮ ਆਦਮ ਰੱਖਿਆ। ਉਤਪਤ 5 ਅਧਿਆਇ ਉਸ ਦੀ ਪਹਿਲੀ ਅਤੇ 2 ਆਇਤ ਦੇ ਇਹ ਵਚਨ ਹਨ। ਵਚਨ ਵਿੱਚ ਲਿਖਿਆ ਹੋਇਆ ਹੈ ਕਿ ਉਹਨਾਂ ਨੂੰ ਅਸੀਸ ਦਿੱਤੀ ਅਤੇ ਉਹਨਾਂ ਦਾ ਨਾਂ ਆਦਮ ਰੱਖਿਆ। ਉਹਨਾਂ ਦੇ ਨਾਂ ਬਹੁਵਚਨ ਭਾਵ ਆਦਮ ਨਹੀਂ ਰੱਖੇ, ਪਰ ਉਹਨਾਂ ਦਾ ਨਾਂ ਭਾਵ ਇੱਕ ਵਚਨ ਆਦਮ ਰੱਖਿਆ। ਪਰਮੇਸ਼ਵਰ ਨੇ ਉਹਨਾਂ ਦਾ ਨਾਂ ਆਦਮ ਰੱਖਿਆ। ਹਵਾ ਆਦਮ ਦਾ ਦੂਸਰਾ ਅੱਧ ਸੀ। ਇਹ ਆਦਮ ਦੀ ਕੁਲਪੱਤਰੀ ਦੀ ਪੋਥੀ ਹੈ। ਇਹ ਦੁਬਾਰਾ ਨਵੇਂ ਨੇਮ ਦੇ ਆਰੰਭ ਵਿੱਚ ਹੀ ਲਿਖਿਆ ਹੋਇਆ ਹੈ, ਜਿੱਥੇ ਕਿ ਇਹ ਲਿਖਿਆ ਹੋਇਆ ਹੈ
ਕਿ ਇਹ ਯੀਸ਼ੂ ਮਸੀਹ ਦੀ ਕੁਲਪੱਤਰੀ ਹੈ। ਇਹ ਦੋ ਪੁਸਤਕਾਂ ਹਨ, ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖਦੇ ਆ ਰਹੇ ਹਾਂ ਕਿ ਦੋ ਰੇਖਾਵਾਂ, ਦੋ ਕੁਲਾਂ, ਦੋਵੇਂ ਇੱਕ ਦੂਸਰੇ ਦੇ ਵਿਰੁੱਧ ਹਨ। ਸ਼ੈਤਾਨ ਦੀ ਕੁਲਪੱਤਰੀ, ਯੀਸ਼ੂ ਦੀ ਕੁਲਪੱਤਰੀ ਜੋ ਕਿ ਕਬੂਲ ਕੀਤੀ ਗਈ ਹੈ, ਇਹਨਾਂ ਦੇ ਵਿੱਚ ਇਹ ਜੱਦੋ-ਜਹਿਦ ਬਹੁਤ ਲੰਬੇ ਅਰਸੇ ਤੱਕ ਜਾਰੀ ਰਹਿਣ ਵਾਲੀ ਹੈ। ਅੱਗੇ ਅਸੀਂ ਜਿਸ ਕੁਲ ਬਾਰੇ ਜਾਣਨਾ ਜਾਰੀ ਰੱਖਦੇ ਹਾਂ ਉਹ ਹੈ ਸੇਤ ਦੀ ਕੁਲ, ਜਿਸ ਦੇ ਵਿੱਚੋਂ ਆਖਰ ਨੂੰ ਮਸੀਹ ਖੁਦ ਆਉਣ ਵਾਲਾ ਸੀ। ਆਦਮ 130 ਵਰ੍ਹਿਆਂ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਅਤੇ ਉਸ ਦੇ ਸਰੂਪ ਉੱਤੇ ਜੰਮਿਆ ਅਤੇ ਉਸ ਨੇ ਉਹਦਾ ਨਾਮ ਸੇਤ ਰੱਖਿਆ। ਉਤਪਤੀ ਦੀ ਪੁਸਤਕ 5 ਅਧਿਆਏ ਉਸ ਦੀ 3 ਆਇਤ। ਜਦੋਂ ਆਦਮ 130 ਵਰ੍ਹਿਆਂ ਦਾ ਹੋਇਆ ਤਾਂ ਉਸ ਦੀ ਉਮਰ ਕਿੰਨੀ ਸੀ? ਦੂਸਰੇ ਸ਼ਬਦਾਂ ਵਿੱਚ, ਜਦੋਂ ਪਰਮੇਸ਼ਵਰ ਨੇ ਆਦਮ ਨੂੰ ਉਤਪਤ ਕੀਤਾ ਤਾਂ ਕੀ ਉਸਨੇ ਆਦਮ ਨੂੰ 30 ਸਾਲਾਂ ਦੇ ਨੂੰ ਜਾਂ 40 ਸਾਲਾਂ ਦੇ ਨੂੰ ਜਾਂ 45 ਸਾਲਾਂ ਦੇ ਨੂੰ ਉਤਪੰਨ ਕੀਤਾ? ਮੈਂ ਇਸ ਬਾਰੇ ਨਹੀਂ ਜਾਣਦਾ। ਹਰ ਅਨੁਮਾਨ ਇੱਕ ਅਟਕਲ ਪੱਚੂ ਹੀ ਹੋਵੇਗਾ। ਜੇਕਰ ਪਰਮੇਸ਼ਵਰ ਨੇ ਆਦਮ ਨੂੰ ਇੰਨੇ ਸਾਲਾਂ ਦੇ ਨੂੰ ਉਤਪੰਨ ਕੀਤਾ ਤਾਂ ਕੀ ਉਸ ਦੀ ਉਮਰ ਇੰਨੀ ਹੀ ਸੀ? ਪਰਮੇਸ਼ਵਰ ਲਈ ਉਸ ਨੂੰ ਕਿਸੇ ਵੀ ਉਮਰ ਵਿੱਚ ਉਤਪੰਨ ਕਰਨਾ ਸੰਭਵ ਸੀ। ਕੀ ਮੈਂ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਇਸ ਨਾਲ ਧਰਤੀ ਦੀ ਉਮਰ ਦੇ ਸਵਾਲ ਦਾ ਕਾਫੀ ਹੱਦ ਤੱਕ ਉੱਤਰ ਮਿਲਦਾ ਜਾਂਦਾ ਹੈ? ਜਦੋਂ ਕੋਈ ਕਹਿੰਦਾ ਹੈ ਕਿ ਕੁਝ ਵਿਸ਼ੇਸ਼ ਚਟਾਨਾਂ ਅਰਬਾਂ ਸਾਲ ਪੁਰਾਣੀਆਂ ਹਨ, ਉਹਨਾਂ ਨੂੰ ਇਸ ਦਾ ਬਿਲਕੁਲ ਪਤਾ ਨਹੀਂ ਹੁੰਦਾ। ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਆਦਮ 130 ਸਾਲਾਂ ਦਾ ਸੀ ਤਾਂ ਉਸ ਤੋਂ ਉਸ ਵਰਗਾ ਹੀ ਇੱਕ ਪੁੱਤਰ ਪੈਦਾ ਹੋਇਆ। ਆਦਮ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ ਗਿਆ ਸੀ, ਪਰ ਉਸ ਦਾ ਪੁੱਤਰ ਉਸ ਦੇ ਸਰੂਪ ਵਿੱਚ ਪੈਦਾ ਹੋਇਆ। ਅੱਗੇ ਲਿਖਿਆ ਹੋਇਆ ਹੈ ਕਿ ਆਦਮ ਦੀ ਉਮਰ ਸੇਤ ਦੇ ਜੰਮਣ ਦੇ ਪਿੱਛੋਂ 800 ਵਰ੍ਹਿਆਂ ਦੀ ਸੀ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਆਦਮ ਦੇ ਜੀਵਨ ਦੀ ਸਾਰੀ ਉਮਰ 930 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਉਤਪਤ 5 ਅਧਿਆਏ ਉਸ ਦੀ 4 ਅਤੇ 5 ਆਇਤ। ਇਸ ਤੋਂ ਅੱਗੇ ਇਸ ਅਧਿਆਏ ਨੂੰ ਪੜ੍ਹਦੇ ਸਮੇਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਅਸੀਂ ਕਿਸੇ ਕਬਰਸਤਾਨ ਦੇ ਵਿੱਚੋਂ ਦੀ ਗੁਜ਼ਰ ਰਹੇ ਹਾਂ। ਆਦਮ ਦੇ ਪੁੱਤਰ ਅਤੇ ਧੀਆਂ ਜੰਮੇ ਅਤੇ ਆਦਮ ਦੇ ਜੀਵਨ ਦੇ ਸਾਰੇ ਦਿਨ 930 ਵਰ੍ਹੇ ਸਨ। ਇਸ ਤੋਂ ਬਾਅਦ ਕੀ ਹੋਇਆ ਕਿ ਉਹ ਮਰ ਗਿਆ। 8ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਸੇਤ ਦਾ ਕੀ ਬਣਿਆ? ਉਹ ਮਰ ਗਿਆ। ਉਸ ਦਾ ਇੱਕ ਪੁੱਤਰ ਸੀ ਜਿਸ ਦਾ ਨਾਂ ਸੇਤ ਸੀ। ਉਸ ਦਾ ਕੀ ਬਣਿਆ? 11ਵੀਂ ਆਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਮਰ ਗਿਆ, ਪਰ ਉਸ ਦਾ ਇੱਕ ਪੁੱਤਰ ਜਾਇਨਾਨ ਸੀ। ਅਤੇ ਜਦੋਂ ਕਾਇਨਾਨ ਬੁੱਢਾ ਹੋ ਗਿਆ ਤਾਂ ਉਸ ਦਾ ਕੀ ਬਣਿਆ? 14ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਉਹ ਵੀ ਮਰ ਗਿਆ। ਉਸ ਦਾ ਇੱਕ ਪੁੱਤਰ ਸੀ ਮਹਾਲਾਲੀਲ। ਉਸ ਨੂੰ ਕੀ ਹੋਇਆ? 17ਵੀਂ ਆਇਤ ਵਿੱਚ ਲਿਖਿਆ ਹੋਇਆ ਹੈ ਕਿ ਉਹ ਵੀ ਮਰ ਗਿਆ। ਉਸ ਦਾ ਇੱਕ ਪੁੱਤਰ ਸੀ ਯਰਦ ਅਤੇ ਉਹ ਵੀ ਮਰ ਗਿਆ। ਇਸ ਤੋਂ ਅੱਗੇ ਹਨੋਕ ਦੀ ਅਦਭੁਤ ਕਹਾਣੀ ਦਾ ਆਰੰਭ ਹੁੰਦਾ ਹੈ। ਇਸ ਤੋਂ ਪਹਿਲਾਂ ਕਿ ਯਰਦ ਮਰਿਆ, ਉਸ ਦਾ ਇੱਕ ਪੁੱਤਰ ਹਨੋਕ ਨਾਂ ਦਾ ਸੀ। ਹਨੋਕ 65 ਵਰ੍ਹਿਆਂ ਦਾ ਸੀ ਤਾਂ ਉਸ ਤੋਂ ਮਥੂਸੇਲਾ ਜੰਮਿਆ। ਉਤਪਤ 5 ਅਧਿਆਏ ਉਸ ਦੀ 21 ਆਇਤ। ਕੀ ਹਨੋਕ ਵੀ ਬਾਕੀਆਂ ਦੀ ਤਰ੍ਹਾਂ ਮਰ ਗਿਆ? ਨਹੀਂ, ਉਹ ਨਹੀਂ ਮਰਿਆ ਸੀ। ਇਹ ਇੱਕ ਹਨੇਰ ਭਰਿਆ ਅਧਿਆਏ ਹੈ, ਪਰ ਇੱਥੇ ਇਸ ਵਿੱਚ ਇੱਕ ਚਮਕਦਾ ਹੋਇਆ ਥਾਂ ਵੀ ਹੈ। ਅੱਗੇ ਲਿਖਿਆ ਹੋਇਆ ਹੈ ਕਿ ਅਤੇ ਮਥੂਸੇਲਾ ਦੇ ਜੰਮਣ ਦੇ ਪਿੱਛੋਂ ਹਨੋਕ 300 ਵਰ੍ਹਿਆਂ ਤੀਕ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ ਅਤੇ ਉਸ ਤੋਂ ਪੁੱਤਰ ਧੀਆਂ ਜੰਮੇ। ਹਨੋਕ ਸਾਰੀ ਉਮਰ 365 ਵਰ੍ਹਿਆਂ ਦਾ ਸੀ। ਹਨੋਕ ਪਰਮੇਸ਼ਵਰ ਦੇ ਸੰਗ ਚੱਲਦਾ ਚੱਲਦਾ ਅਲੋਪ ਹੋ ਗਿਆ, ਕਿਉਂ ਜੋ ਪਰਮੇਸ਼ਵਰ ਨੇ ਉਸ ਨੂੰ ਲੈ ਲਿਆ। ਇਹ ਵਚਨ ਉਤਪਤੀ ਪੁਸਤਕ ਉਸ ਦਾ 5 ਅਧਿਆਏ ਉਸ ਦੀ 22 ਅਤੇ 24 ਆਇਤ ਵਿੱਚ ਮਿਲਦੇ ਹਨ। ਇਹ ਇੱਕ ਬਹੁਤ ਹੀ ਧਿਆਨ ਦੇਣ ਯੋਗ ਗੱਲ ਹੈ ਕਿ ਮੌਤ ਦੇ ਹੁੰਦੇ ਹੁੰਦੇ ਇੱਕ ਮਨੁੱਖ ਧਰਤੀ ਉੱਤੋਂ ਅਲੋਪ ਹੋ ਗਿਆ। ਹਨੋਕ ਦੇ ਬਾਰੇ ਕਿਹਾ ਗਿਆ ਹੈ ਕਿ ਉਹ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ। ਇਹ ਬਹੁਤ ਹੀ ਧਿਆਨ ਦੇਣ ਯੋਗ ਗੱਲ ਹੈ।
ਸਿਰਫ ਦੋ ਮਨੁੱਖਾਂ ਦੇ ਬਾਰੇ ਇਹ ਕਿਹਾ ਗਿਆ ਹੈ ਕਿ ਉਹ ਪਰਮੇਸ਼ਵਰ ਦੇ ਸੰਗ ਚੱਲਦੇ ਰਹੇ। ਅਗਲੇ ਅਧਿਆਇ ਵਿੱਚ ਅਸੀਂ ਦੇਖਾਂਗੇ ਕਿ ਨੂਹ ਵੀ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ। ਇਹ ਦੋਵੇਂ ਨੂਹ ਦੀ ਜਲ ਪਰਲੋ ਤੋਂ ਪਹਿਲਾਂ ਰਹੇ, ਜੋ ਕਿ ਪਰਮੇਸ਼ਵਰ ਦੇ ਸੰਗ ਚੱਲਦੇ ਰਹੇ। ਬਾਈਬਲ ਧਰਮ ਸ਼ਾਸਤਰ ਵਿਚਲੇ ਪੁਰਾਣੇ ਨੇਮ ਵਿੱਚ ਅਸਲ ਵਿੱਚ ਦੋ ਹੀ ਵਿਅਕਤੀ ਹੋਏ ਹਨ ਜੋ ਕਿ ਮਰੇ ਨਹੀਂ। ਇਹਨਾਂ ਵਿੱਚੋਂ ਇੱਕ ਤਾਂ ਹਨੋਕ ਹੈ ਅਤੇ ਦੂਸਰਾ ਹੈ ਏਲੀਆ। ਜਲ ਪਰਲੋ ਤੋਂ ਪਹਿਲੇ ਕੁਝ ਲੋਕਾਂ ਦੇ ਵਿੱਚੋਂ ਹਨੋਕ ਇੱਕ ਹੈ ਜਿਸ ਦੇ ਬਾਰੇ ਅਸੀਂ ਕੁਝ ਜਾਣਦੇ ਹਾਂ। ਉਸ ਬਾਰੇ ਸਾਨੂੰ ਦੱਸਿਆ ਗਿਆ ਹੈ ਕਿ ਉਹ ਮਰਿਆ ਨਹੀਂ ਸੀ, ਪਰ ਪਰਮੇਸ਼ਵਰ ਨੇ ਉਸ ਨੂੰ ਉਠਾ ਲਿਆ ਅਤੇ ਉਹ ਬਦਲ ਗਿਆ ਸੀ। ਉਸ ਦੇ ਬਦਲ ਜਾਣ ਦਾ ਅਸੀਂ ਕੀ ਭਾਵ ਲਈਏ? ਬਦਲ ਜਾਣ ਦਾ ਭਾਵ ਹੈ ਕਿ ਇੱਕ ਭਾਸ਼ਾ ਵਿੱਚੋਂ ਕਿਸੇ ਸ਼ਬਦ ਨੂੰ ਲੈ ਕੇ ਉਸ ਦਾ ਅਰਥ ਬਿਨਾਂ ਬਦਲੇ ਉਸ ਨੂੰ ਦੂਸਰੀ ਭਾਸ਼ਾ ਵਿੱਚ ਕਹਿਣਾ। ਹਨੋਕ ਇਸ ਧਰਤੀ ਤੋਂ ਉਠਾ ਲਿਆ ਗਿਆ ਸੀ ਅਤੇ ਉਹ ਬਦਲ ਗਿਆ ਸੀ। ਉਸ ਨੂੰ ਆਪਣੀ ਪੁਰਾਣੀ ਦੇਹ ਤੋਂ ਛੁਟਕਾਰਾ ਪਾਉਣਾ ਸੀ। ਉਸ ਨੂੰ ਇੱਕ ਵੱਖਰਾ ਵਿਅਕਤੀ ਬਣਨਾ ਪੈਣਾ ਸੀ। ਫਿਰ ਵੀ ਉਸ ਨੂੰ ਆਪਣੀ ਉਸੇ ਸ਼ਖਸੀਅਤ ਵਿੱਚ ਰਹਿਣਾ ਸੀ, ਜਿਸ ਤਰ੍ਹਾਂ ਕਿ ਇੱਕ ਤਰਜਮਾ ਕੀਤੇ ਹੋਏ ਸ਼ਬਦ ਦਾ ਅਰਥ ਉਹ ਹੀ ਰਹਿੰਦਾ ਹੈ। ਹਨੋਕ ਸਵਰਗ ਉੱਤੇ ਚੁੱਕਿਆ ਗਿਆ ਸੀ। ਅਸੀਂ ਬਾਈਬਲ ਧਰਮ ਸ਼ਾਸਤਰ ਵਿੱਚ ਪੜ੍ਹਿਆ ਹੈ ਕਿ ਹਨੋਕ 65 ਵਰ੍ਹਿਆਂ ਦਾ ਸੀ ਜਦੋਂ ਉਸ ਤੋਂ ਮਥੂਸੇਲਾ ਜੰਮਿਆ, ਅਤੇ ਇਸ ਤੋਂ ਬਾਅਦ ਵੀ ਉਹ ਪਰਮੇਸ਼ਵਰ ਨਾਲ ਚੱਲਦਾ ਰਿਹਾ। ਮੈਨੂੰ ਨਹੀਂ ਪਤਾ ਕਿ ਉਸ ਦੇ ਜੀਵਨ ਦੇ ਪਹਿਲੇ 65 ਸਾਲ ਕਿਹੋ ਜਿਹੇ ਸਨ। ਮੇਰਾ ਖਿਆਲ ਹੈ ਕਿ ਉਹ ਵੀ ਬਾਕੀ ਭੀੜ ਦੀ ਤਰ੍ਹਾਂ ਹੀ ਹੋਵੇਗਾ। ਇਹ ਬਹੁਤ ਹੀ ਲਾਪਰਵਾਹੀ ਦਾ ਯੁੱਗ ਸੀ ਜੋ ਕਿ ਹੁਣ ਨੂਹ ਦੇ ਜ਼ਮਾਨੇ ਵਿੱਚ ਪ੍ਰਵੇਸ਼ ਕਰਦਾ ਹੈ। ਪਰ ਜਦੋਂ ਉਹ ਛੋਟਾ ਬਾਲਕ ਮਥੂਸੇਲਾ ਜੰਮਿਆ ਤਾਂ ਹਨੋਕ ਦੀ ਚਾਲ ਬਦਲ ਗਈ। ਉਸ ਬਾਲਕ ਨੇ ਹੀ ਉਸ ਨੂੰ ਪਰਮੇਸ਼ਰ ਵੱਲ ਮੋੜਿਆ। ਮੇਰੇ ਦੋਸਤੋ, ਕਈ ਵਾਰ ਪਰਮੇਸ਼ਰ ਕਿਸੇ ਘਰ ਵਿੱਚ ਬੱਚਿਆਂ ਨੂੰ ਇਸੇ ਕਰਕੇ ਭੇਜਦਾ ਹੈ। ਜੇਕਰ ਉਸ ਬੱਚੇ ਦੇ ਦੁਆਰਾ ਆਪ ਪਰਮੇਸ਼ਰ ਵੱਲ ਨਹੀਂ ਮੁੜਦੇ ਤਾਂ ਹੋਰ ਕੁਝ ਵੀ ਆਪ ਨੂੰ ਪਰਮੇਸ਼ਰ ਵੱਲ ਨਹੀਂ ਮੋੜ ਸਕਦਾ। ਇਸ ਤਰ੍ਹਾਂ ਪਰਮੇਸ਼ਵਰ ਦੇ ਸੰਗ ਚੱਲਣਾ ਸ਼ੁਰੂ ਕਰਨ ਤੋਂ 300 ਸਾਲ ਬਾਅਦ ਉਸ ਤੋਂ ਹੋਰ ਬੱਚੇ ਵੀ ਜਨਮੇ, ਜਿਨ੍ਹਾਂ ਵਿੱਚ ਪੁੱਤਰ ਅਤੇ ਧੀਆਂ ਸਨ। ਹਨੋਕ ਦੀ ਉਮਰ 365 ਸਾਲ ਦੀ ਸੀ। ਇੰਨਾ ਲੰਮਾ ਅਰਸਾ ਉਹ ਜ਼ਮੀਨ ਉੱਤੇ ਰਿਹਾ, ਪਰ ਇਸ ਤੋਂ ਬਾਅਦ ਵੀ ਉਹ ਮਰਿਆ ਨਹੀਂ। ਇਹ ਨਹੀਂ ਕਿਹਾ ਗਿਆ ਕਿ ਇਸ ਤੋਂ ਬਾਅਦ ਹਨੋਕ ਮਰ ਗਿਆ, ਪਰ ਇਸ ਤਰ੍ਹਾਂ ਕਿਹਾ ਗਿਆ ਹੈ ਕਿ ਪਰਮੇਸ਼ਵਰ ਦੇ ਸੰਗ ਚੱਲਦਾ ਚੱਲਦਾ ਹਨੋਕ ਅਲੋਪ ਹੋ ਗਿਆ, ਕਿਉਂ ਜੋ ਪਰਮੇਸ਼ਵਰ ਨੇ ਉਸ ਨੂੰ ਲੈ ਲਿਆ। ਇਸ ਨੂੰ ਮੈਂ ਵੀ ਇੱਕ ਸੰਡੇ ਸਕੂਲ ਤੋਂ ਆਉਣ ਵਾਲੀ ਛੋਟੀ ਬੱਚੀ ਦੀ ਤਰ੍ਹਾਂ ਹੀ ਜ਼ਿਕਰ ਕਰ ਸਕਦਾ ਹਾਂ। ਉਹ ਘਰ ਜਾ ਕੇ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਉਸਦੇ ਅਧਿਆਪਕ ਨੇ ਹਨੋਕ ਬਾਰੇ ਦੱਸਿਆ ਕਿ ਉਹ ਕਿਸ ਤਰ੍ਹਾਂ ਪਰਮੇਸ਼ਵਰ ਦੇ ਸੰਗ ਚੱਲਦਾ ਰਿਹਾ। ਉਸਦੀ ਮਾਂ ਨੇ ਪੁੱਛਿਆ ਕਿ ਹੋਰ ਕੀ ਕੁਝ ਹਨੋਕ ਬਾਰੇ ਦੱਸਿਆ ਗਿਆ ਸੀ। ਉਸ ਛੋਟੀ ਬੱਚੀ ਨੇ ਇਸ ਤਰ੍ਹਾਂ ਕਿਹਾ, ਹਨੋਕ ਬਾਰੇ ਦੱਸਿਆ ਕਿ ਹਰ ਰੋਜ਼ ਪਰਮੇਸ਼ਵਰ ਹਨੋਕ ਕੋਲ ਆਉਂਦਾ ਹੁੰਦਾ ਸੀ ਅਤੇ ਆ ਕੇ ਕਹਿੰਦਾ ਹੁੰਦਾ ਸੀ ਕਿ ਹਨੋਕ, ਹਨੋਕ, ਕੀ ਤੂੰ ਮੇਰੇ ਨਾਲ ਚੱਲੇਂਗਾ? ਹਨੋਕ ਚੱਲਦਾ ਚੱਲਦਾ ਘਰ ਦੇ ਬਾਹਰਲੇ ਬੂਹੇ ਕੋਲ ਆ ਜਾਂਦਾ ਅਤੇ ਪਰਮੇਸ਼ਵਰ ਦੇ ਨਾਲ ਚੱਲਦਾ ਚੱਲਦਾ ਚਲਾ ਜਾਂਦਾ। ਉਹ ਇਹੋ ਜਿਹੀ ਜਗ੍ਹਾ ਤੇ ਜਾਂਦੇ ਹੁੰਦੇ ਸੀ ਜੋ ਕਿ ਹਨੋਕ ਬਹੁਤ ਪਸੰਦ ਕਰਦਾ ਹੁੰਦਾ ਸੀ। ਇਸੇ ਕਰਕੇ ਪਰਮੇਸ਼ਵਰ ਦੇ ਨਾਲ ਚੱਲਣ ਲਈ ਹਨੋਕ ਹਰ ਰੋਜ਼ ਆਪਣੇ ਘਰ ਦੇ ਬਾਹਰਲੇ ਗੇਟ ਕੋਲ ਆ ਖੜਾ ਹੁੰਦਾ ਸੀ। ਪਰਮੇਸ਼ਵਰ ਵੀ ਉੱਥੇ ਆ ਪਹੁੰਚਦਾ ਅਤੇ ਕਹਿੰਦਾ, ਹਨੋਕ ਆ ਸੈਰ ਨੂੰ ਚੱਲੀਏ। ਇੱਕ ਦਿਨ ਪਰਮੇਸ਼ਵਰ ਆ ਕੇ ਕਹਿਣ ਲੱਗਾ ਕਿ ਹਨੋਕ ਆ, ਅੱਜ ਇੱਕ ਲੰਬੀ ਸੈਰ ਵਾਸਤੇ ਚੱਲੀਏ। ਮੈਂ ਤੈਨੂੰ ਬਹੁਤ ਕੁਝ ਦੱਸਣਾ ਹੈ। ਉਹ ਚੱਲਦੇ ਗਏ ਅਤੇ ਚੱਲਦੇ ਗਏ ਅਤੇ ਆਖਰਕਾਰ ਦੁਪਹਿਰ ਨੂੰ ਹਨੋਕ ਕਹਿੰਦਾ ਕਿ ਹੁਣ ਤਾਂ ਦੁਪਹਿਰ ਤੋਂ ਬਾਅਦ ਬੇਵਕਤ ਹੋ ਗਿਆ ਹੈ, ਆਓ ਵਾਪਸ ਘਰ ਚਲੀਏ। ਪਰਮੇਸ਼ਵਰ ਉਸ ਨੂੰ ਕਹਿਣ ਲੱਗਾ ਕਿ ਹਨੋਕ, ਇੱਥੋਂ ਮੇਰਾ ਘਰ ਤੇਰੇ ਘਰ ਨਾਲੋਂ ਨੇੜੇ ਹੈ, ਇਸ ਕਰਕੇ ਤੂੰ ਮੇਰੇ ਨਾਲ ਮੇਰੇ ਘਰ ਨੂੰ ਆ ਜਾ। ਇਸ ਤਰ੍ਹਾਂ ਹਨੋਕ ਪਰਮੇਸ਼ਵਰ ਦੇ ਘਰ ਨੂੰ ਚਲਾ ਗਿਆ। ਮੈਂ ਨਹੀਂ ਜਾਣਦਾ ਕਿ ਇਸ ਨਾਲੋਂ ਹੋਰ ਵਧੀਆ ਤਰੀਕੇ ਨਾਲ ਅਸੀਂ ਕਿਵੇਂ
ਇਸ ਬਾਰੇ ਦੱਸ ਸਕਦੇ ਹਾਂ। ਇਸ ਕਹਾਣੀ ਵਿੱਚ ਇਹ ਸੱਚਮੁੱਚ ਇਵੇਂ ਹੀ ਵਾਪਰਿਆ। ਮੇਰੇ ਵਿਚਾਰ ਅਨੁਸਾਰ ਉਤਪਤ ਦੀਆਂ ਸਾਰੀਆਂ ਮਹਾਨ ਸੱਚਾਈਆਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ। ਇਹ ਕਲੀਸਿਆ ਦੇ ਉਠਾਏ ਜਾਣ ਦਾ ਜ਼ਿਕਰ ਹੈ ਜੋ ਕਿ ਅਜੇ ਅੱਗੇ ਹੋਣ ਵਾਲਾ ਹੈ। ਜਲ ਪਰਲੋ ਦੇ ਨਿਰਣੇ ਤੋਂ ਪਹਿਲਾਂ ਪਰਮੇਸ਼ਵਰ ਹਨੋਕ ਨੂੰ ਵੱਖਰਾ ਕਰ ਲੈਂਦਾ ਹੈ। ਇਸ ਤੋਂ ਅੱਗੇ ਹਨੋਕ ਤੋਂ ਲੈ ਕੇ ਨੂਹ ਤੱਕ ਦੀ ਕੁੱਲ ਪੱਤਰੀ ਦਾ ਵਰਣਨ ਸ਼ੁਰੂ ਹੁੰਦਾ ਹੈ। ਬਾਈਬਲ ਧਰਮ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਕਿ ਮਥੂਸ਼ੇਲਾ ਦੀ ਸਾਰੀ ਉਮਰ 969 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਉਤਪਤ 5 ਅਧਿਆਏ ਉਸ ਦੀ 27 ਆਇਤ। ਮਥੂਸ਼ੇਲਾ ਆਦਮ ਨਾਲੋਂ ਵੀ ਜ਼ਿਆਦਾ ਸਮਾਂ ਜ਼ਿੰਦਾ ਰਿਹਾ। ਇਹਨਾਂ ਦੋਹਾਂ ਨੇ ਉਤਪਤੀ ਅਤੇ ਜਲ ਪਰਲੋ ਦੇ ਸਮੇਂ ਨੂੰ ਜੋੜਿਆ। ਇਸ ਕੁੱਲ ਪੱਤਰੀ ਦੇ ਮੁਤਾਬਕ ਸੰਭਵ ਹੈ ਕਿ ਮਥੂਸ਼ੇਲਾ ਨੇ ਨੂਹ ਨੂੰ ਉਤਪਤੀ ਤੋਂ ਲੈ ਕੇ ਸਾਰਾ ਬਿਰਤਾਂਤ ਦੱਸ ਦਿੱਤਾ ਹੋਵੇ। ਮੈਂ ਆਪਣੇ ਆਪ ਵਿੱਚ ਮਹਿਸੂਸ ਕਰਦਾ ਹਾਂ ਕਿ ਇਸ ਕੁੱਲ ਪੱਤਰੀ ਵਿੱਚ ਕੁਝ ਵਕਫਾ ਹੈ। ਨਵੇਂ ਨੇਮ ਦੇ ਸ਼ੁਰੂ ਵਿੱਚ ਜੋ ਕੁੱਲ ਪੱਤਰੀ ਪ੍ਰਭੂ ਯੀਸ਼ੂ ਮਸੀਹ ਜੀ ਦੀ ਲਿਖੀ ਗਈ ਹੈ ਉਸ ਵਿੱਚ ਵੀ ਕੁਝ ਜਾਣ-ਬੁੱਝ ਕੇ ਛੱਡ ਦਿੱਤਾ ਗਿਆ ਹੈ, ਕਿਉਂਕਿ ਇਹਨੂੰ 3 ਬਰਾਬਰ ਭਾਗਾਂ ਵਿੱਚ ਵੰਡ ਕੇ ਵਰਣਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਨੂੰ ਛੱਡ ਕੇ ਵੀ ਇਸ ਨੂੰ ਪੂਰਾ ਸਹੀ ਲਿਖਿਆ ਗਿਆ ਹੈ। ਮੇਰਾ ਪੂਰਾ ਵਿਸ਼ਵਾਸ ਹੈ ਕਿ ਇਹ ਕੁੱਲ ਪੱਤਰੀ ਸਹੀ ਹੈ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇੱਥੇ ਜੋ ਵਕਫਾ ਸਾਨੂੰ ਮਿਲਦਾ ਹੈ ਉਹ ਇਸ ਕਰਕੇ ਹੈ ਕਿ ਅਸਲ ਵਿੱਚ ਮਨੁੱਖ ਧਰਤੀ ਉਸ ਤੋਂ ਕਾਫੀ ਪਹਿਲਾਂ ਸਮਾਂ ਤੋਂ ਹੈ, ਜਦੋਂ ਕਿ ਅਸੀਂ ਉਸ ਦੇ ਹੋਣ ਦਾ ਅੰਦਾਜ਼ਾ ਲਗਾਇਆ ਹੋਇਆ ਹੈ। ਇਹ ਕਾਫੀ ਵਿਵਾਦ ਵਾਲਾ ਵਿਸ਼ਾ ਹੋਣ ਕਰਕੇ ਮੈਂ ਇਸ ਵਿੱਚ ਪੈਣਾ ਨਹੀਂ ਚਾਹੁੰਦਾ। ਬਾਈਬਲ ਧਰਮ ਸ਼ਾਸਤਰ ਇਸ ਬਾਰੇ ਕੁਝ ਸਾਫ਼ ਨਹੀਂ ਦੱਸਦਾ। ਇਹ ਕਿਉਂ ਨਹੀਂ ਦੱਸਦਾ? ਕਿਉਂਕਿ ਪਰਮੇਸ਼ਰ ਇਸ ਉੱਤੇ ਜ਼ਿੱਦ ਨਹੀਂ ਕਰਨਾ ਚਾਹੁੰਦਾ। ਜਿਸ ਬਾਰੇ ਉਹ ਸਾਨੂੰ ਦੱਸਣ ਦਾ ਇਛੁਕ ਹੈ ਉਹ ਹੈ ਧਾਰਮਿਕ ਛੁਟਕਾਰਾਪੂਰਨ ਮਨੁੱਖ ਦਾ ਧਰਤੀ ਉੱਪਰਲਾ ਇਤਿਹਾਸ। ਮਥੂਸ਼ੇਲਾ ਦੇ ਨਾਂ ਦਾ ਅਰਥ ਹੈ ਭੇਜਣਾ। ਕੁਝ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਮਥੂਸ਼ੇਲਾ ਦਾ ਅਰਥ ਇਹ ਹੈ ਕਿ ਜਦੋਂ ਉਹ ਮਰ ਜਾਵੇਗਾ ਤਾਂ ਇਸ ਨੂੰ ਭੇਜਿਆ ਜਾਵੇਗਾ। ਕੀ ਭੇਜਿਆ ਜਾਵੇਗਾ? ਜਲ ਪਰਲੋ। ਜਦੋਂ ਤੱਕ ਮਥੂਸ਼ੇਲਾ ਜਿੰਦਾ ਸੀ ਜਲ ਪਰਲੋ ਨਹੀਂ ਆ ਸਕੀ। ਰੋਚਕ ਗੱਲ ਤਾਂ ਇਹ ਹੈ ਕਿ ਇਤਿਹਾਸਕ ਘੋਖ ਦੇ ਮੁਤਾਬਕ ਜਿਸ ਸਾਲ ਮਥੂਸ਼ੇਲਾ ਮਰਿਆ ਉਸੇ ਸਾਲ ਜਲ ਪਰਲੋ ਆਈ ਸੀ। ਜਦੋਂ ਉਹ ਮਰ ਜਾਵੇਗਾ ਤਦ ਇਸ ਨੂੰ ਭੇਜਿਆ ਜਾਵੇਗਾ। ਮਥੂਸ਼ੇਲਾ ਦੇ ਨਾਂ ਦਾ ਅਰਥ ਇਹੀ ਹੈ। ਜਦੋਂ ਅਸੀਂ ਬਾਈਬਲ ਧਰਮ ਸ਼ਾਸਤਰ ਵਿੱਚ ਦੱਸੀ ਕੁੱਲ ਪੱਤਰੀ ਦਾ ਧਿਆਨਪੂਰਵਕ ਵਿਚਾਰ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਹੜਾ ਕੁੱਲ ਪੱਤਰੀ ਕਿਹੜੇ ਦੂਸਰੇ ਕੁਲਪਤੀ ਦਾ ਸਮਕਾਲੀ ਹੈ। ਜਿਵੇਂ ਕਿ ਨੂਹ ਅਤੇ ਮਥੂਸ਼ੇਲਾ ਦੇ ਬਾਰੇ ਅਸੀਂ ਆਸਾਨੀ ਨਾਲ ਜਾਣ ਲੈਂਦੇ ਹਾਂ ਕਿ ਜਦੋਂ ਮਥੂਸ਼ੇਲਾ 369 ਵਰ੍ਹਿਆਂ ਦਾ ਸੀ ਤਦੋਂ ਨੂਹ ਪੈਦਾ ਹੋਇਆ ਸੀ। ਮਥੂਸ਼ੇਲਾ ਬਾਕੀ ਲੋਕਾਂ ਨਾਲੋਂ ਜ਼ਿਆਦਾ ਸਮਾਂ ਜ਼ਿੰਦਾ ਕਿਉਂ ਰਿਹਾ? ਪਰਮੇਸ਼ਵਰ ਨੇ ਉਸ ਨੂੰ ਜ਼ਮੀਨ ਉੱਤੇ ਇਸ ਕਰਕੇ ਜ਼ਿੰਦਾ ਰੱਖਿਆ ਤਾਂ ਕਿ ਆਦਮ ਜਾਤ ਜਾਣ ਸਕੇ ਕਿ ਪਰਮੇਸ਼ਵਰ ਧੀਰਜਵਾਨ ਅਤੇ ਦਇਆਵਾਨ ਹੈ। ਪਰਮੇਸ਼ਵਰ ਆਪ ਲਈ ਵੀ ਆਪ ਦੀ ਜ਼ਿੰਦਗੀ ਭਰ ਇੰਤਜ਼ਾਰ ਕਰੇਗਾ। ਪਤਰਸ ਰਸੂਲ ਪਰਮੇਸ਼ਵਰ ਦੇ ਧੀਰਜਵਾਨ ਹੋਣ ਬਾਰੇ ਲਿਖਦਾ ਹੈ ਕਿ ਜਿਹੜੇ ਪਿਛਲੇ ਸਮੇਂ ਅਣਆਗਿਆਕਾਰੀ ਸਨ, ਜਿਸ ਵੇਲੇ ਪਰਮੇਸ਼ਵਰ ਨੂਹ ਦੇ ਦਿਨੀ ਧੀਰਜ ਨਾਲ ਉਡੀਕ ਕਰਦਾ ਸੀ, ਜਦ ਕਿਸ਼ਤੀ ਤਿਆਰ ਹੁੰਦੀ ਪਈ ਸੀ, ਜਿਹਦੇ ਵਿੱਚ ਥੋੜ੍ਹੇ ਅਰਥਾਤ 8 ਜਣੇ ਪਾਣੀ ਤੋਂ ਬਚ ਗਏ। ਇਹ ਵਚਨ ਬਾਈਬਲ ਧਰਮ ਸ਼ਾਸਤਰ ਦੇ ਨਵੇਂ ਨੇਮ ਉਸ ਦੇ ਵਿੱਚ ਪਹਿਲਾ ਪਤਰਸ ਉਸ ਦਾ 3 ਅਧਿਆਏ ਉਸ ਦੀ 20 ਆਇਤ ਵਿੱਚ ਹਨ। ਜਦੋਂ ਅਸੀਂ ਇਸ ਅਧਿਆਏ ਵਿੱਚ ਅੱਗੇ ਬਾਕੀ ਹਿੱਸੇ ਦਾ ਅਧਿਐਨ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਹਰ ਵਿਅਕਤੀ ਦੇ ਬਾਰੇ ਲਿਖਿਆ ਗਿਆ ਹੈ ਅਤੇ ਬਾਅਦ ਵਿੱਚ ਉਸ ਦੀ ਮੌਤ ਬਾਰੇ ਵੀ ਵਰਣਨ ਹੈ। ਲਾਮਕ ਦੀ ਸਾਰੀ ਉਮਰ 777 ਵਰ੍ਹਿਆਂ ਦੀ ਸੀ ਤਾਂ ਉਹ ਮਰ ਗਿਆ। ਨੂਹ 500 ਵਰ੍ਹਿਆਂ ਦਾ ਸੀ
ਤਾਂ ਨੂਹ ਤੋਂ ਸ਼ੇਮ, ਹਾਮ ਅਤੇ ਜਾਫਤ ਜੰਮੇ। ਉਤਪਤ 5 ਅਧਿਆਏ ਉਸ ਦੀ 31 ਅਤੇ 32 ਆਇਤ ਦੇ ਇਹ ਵਚਨ ਹਨ। ਇਹ ਪੂਰੇ ਸੰਸਾਰ ਵਿੱਚ ਅੰਧ ਵਿਸ਼ਵਾਸ ਨਾਲ ਮੰਨਿਆ ਜਾਣ ਵਾਲਾ ਅਤੇ ਪੂਰੇ ਦਾਰਸ਼ਨਿਕ ਸਿਧਾਂਤ ਦਾ ਸਿੱਟਾ ਹੈ ਕਿ ਮਨੁੱਖੀ ਸੁਭਾਅ ਨਿਹਿਤ ਅਤੇ ਜਮਾਂਦਰੂ ਤੌਰ ਤੇ ਭਲਾ ਹੈ ਅਤੇ ਇਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਸੰਸਾਰ ਵਿਆਪੀ ਜੋ ਪ੍ਰੋਗਰਾਮ ਵੀ ਇਸੇ ਧਾਰਨਾ ਨਾਲ ਉਲੀਕੇ ਜਾਂਦੇ ਹਨ ਕਿ ਜੇਕਰ ਮਨੁੱਖ ਦੇ ਮਾਹੌਲ ਅਤੇ ਵਿਰਾਸਤ ਨੂੰ ਸੁਧਾਰਨ ਲਈ ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਸੱਚਮੁੱਚ ਮਨੁੱਖ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਇੱਕ ਵਿਅਕਤੀ ਜਿਸ ਦਾ ਨਾਮ ਆਰਮੀਨੀਅਨ ਸੀ, ਉਸ ਦੇ ਵਿਚਾਰ ਹਨ ਕਿ ਮਨੁੱਖ ਆਪਣੀ ਮੁਕਤੀ ਵਿੱਚ ਭਾਗੀਦਾਰੀ ਲਈ ਸਹਾਇਕ ਹੋ ਸਕਦਾ ਹੈ। ਆਧੁਨਿਕਵਾਦ ਦਾ ਕਹਿਣਾ ਹੈ ਕਿ ਮਨੁੱਖ ਆਪਣੀ ਮੁਕਤੀ ਆਪ ਕਰ ਸਕਦਾ ਹੈ। ਦੂਸਰੇ ਸ਼ਬਦਾਂ ਵਿੱਚ ਮੁਕਤੀ ਇੱਕ ਇਹੋ ਜਿਹੀ ਖੁਦ ਖੋਲ੍ਹਣ ਵਾਲੀ ਗੁਥਲੀ ਹੈ ਜੋ ਪਰਮੇਸ਼ਵਰ ਆਪ ਨੂੰ ਦਿੰਦਾ ਹੈ। ਕੁਝ ਧਾਰਮਿਕ ਤੱਤ ਸਾਨੂੰ ਇਹ ਦੱਸਦੇ ਹਨ ਕਿ ਮਨੁੱਖੀ ਸੁਭਾਅ ਪੂਰੀ ਤਰ੍ਹਾਂ ਨੇਕ ਹੈ ਅਤੇ ਪਾਪ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਮਨੁੱਖ ਬਾਰੇ ਪਰਮੇਸ਼ਵਰ ਕੀ ਕਹਿੰਦਾ ਹੈ? ਪਰਮੇਸ਼ਵਰ ਆਪਣੇ ਵਚਨ ਵਿੱਚ ਸਾਨੂੰ ਦੱਸਦਾ ਹੈ ਕਿ ਮਨੁੱਖ ਪੂਰੀ ਤਰ੍ਹਾਂ ਬੁਰਾ ਅਤੇ ਪੂਰਾ ਭੈੜਾ ਹੈ। ਇਹ ਹਾਲਤ ਸਾਡੀ ਸਭ ਦੀ ਹੈ। ਕੋਈ ਧਰਮੀ ਨਹੀਂ, ਇੱਕ ਵੀ ਧਰਮੀ ਨਹੀਂ। ਪਵਿੱਤਰ ਬਾਈਬਲ ਧਰਮ ਸ਼ਾਸਤਰ ਵਿੱਚ ਇਹ ਵਚਨ ਰੋਮੀਆਂ ਦੀ ਪੱਤਰੀ ਉਸ ਦਾ 3 ਅਧਿਆਏ ਤੇ ਉਸ ਦੀ 10 ਆਇਤ ਵਿੱਚ ਬਾਈਬਲ ਧਰਮ ਸ਼ਾਸਤਰ ਦੇ ਨਵੇਂ ਨੇਮ ਵਿੱਚ ਮੌਜੂਦ ਹਨ। ਇਹ ਪਰਮੇਸ਼ਵਰ ਦੇ ਵਚਨ ਦਾ ਲਾਇਆ ਹੋਇਆ ਹਿਸਾਬ ਹੈ। ਜੇਕਰ ਇਸ ਲਈ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਮੰਨ ਲਈਏ ਤਾਂ ਇਹ ਅੱਜ ਦੇ ਜੀਵਨ ਦੀ ਸੱਚੀ ਸਮਝ ਸਾਨੂੰ ਦੇਵੇਗਾ, ਉਸ ਤਰ੍ਹਾਂ ਨਹੀਂ ਜੋ ਕਿ ਹੋਰ ਲੋਕ ਸਾਨੂੰ ਦੱਸਦੇ ਹਨ। ਹੁਣ ਅਸੀਂ ਆਦਮ ਜਾਤ ਦੀ ਪਰਮੇਸ਼ਵਰ ਦੀ ਦੱਸੀ ਰੂਪ ਰੇਖਾ ਨੂੰ ਦੇਖਾਂਗੇ। ਇਹ ਸਾਨੂੰ ਕਿਸ ਪਾਸੇ ਲੈ ਜਾਵੇਗੀ? ਕੀ ਇਹ ਸਾਨੂੰ ਹਜ਼ਾਰਾਂ ਸਾਲ ਚਲਾਉਂਦੀ ਲੈ ਜਾਵੇਗੀ? ਨਹੀਂ, ਇਸ ਤਰ੍ਹਾਂ ਨਹੀਂ ਹੈ। ਇਸ ਤੋਂ ਅਗਲਾ ਅਧਿਆਇ ਹੀ ਸਾਨੂੰ ਇੱਕ ਜਲ ਪਰਲੋ ਬਾਰੇ ਦੱਸਦਾ ਹੈ ਜੋ ਕਿ ਧਰਤੀ ਉੱਤੇ ਪਰਮੇਸ਼ਵਰ ਦੇ ਨਿਰਣੇ ਅਨੁਸਾਰ ਆਈ ਸੀ। ਇਸ ਦੇ ਨਾਲ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਇੱਕ ਪਾਪੀ ਸਭਿਅਤਾ ਦਾ ਜੋ ਪਰਮੇਸ਼ਵਰ ਤੋਂ ਦੂਰ ਸੀ ਅਤੇ ਜੋ ਪਰਮੇਸ਼ਵਰ ਦੇ ਸੱਚਾਈ ਦੀ ਮਨਾਦੀ ਕਰਨ ਵਾਲੇ ਨੂਹ ਦੇ ਵਚਨਾਂ ਦੇ ਉੱਤੇ ਧਿਆਨ ਨਹੀਂ ਕਰਦੀ ਸੀ, ਜਿਸ ਨੂੰ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਧਾਰਮਿਕਤਾ ਦਾ ਪ੍ਰਚਾਰਕ ਕਿਹਾ ਗਿਆ ਹੈ। ਪਰਮੇਸ਼ਵਰ ਉਸ ਜਾਤੀ ਦਾ ਕਿਸ ਤਰ੍ਹਾਂ ਅੰਤ ਕਰਦਾ ਹੈ, ਇਸ ਦੇ ਬਾਰੇ ਅਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਵਿਚਾਰ ਕਰਨਾ, ਇਸ ਦਾ ਅਧਿਐਨ ਕਰਨਾ ਜਾਰੀ ਰੱਖਾਂਗੇ। ਅੱਜ ਅਸੀਂ ਇਸ ਆਪਣੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਪਰਮੇਸ਼ਵਰ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਆਪ ਨੂੰ ਇਹਨਾਂ ਵਚਨਾਂ ਦੇ ਦੁਆਰਾ ਬਰਕਤ ਦੇਵੇ। ਪਿਆਰੇ ਦਰਸ਼ਕੋ, ਸੱਚੀ ਬਾਣੀ ਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਉਤਪਤ ਦੇ 5ਵੇਂ ਅਧਿਆਏ ਉੱਤੇ ਗੌਰ ਕੀਤਾ ਅਤੇ ਇਸ ਅਧਿਆਏ ਵਿੱਚ ਵੱਖ-ਵੱਖ ਕੁਲ ਪੱਤਰੀਆਂ ਦੇ ਮੋਢੀਆਂ ਦੇ ਬਾਰੇ ਜਾਣਿਆ ਕਿ ਉਹ ਕਿਵੇਂ ਉਹਨਾਂ ਦਾ ਜਨਮ ਹੋਇਆ ਅਤੇ ਮਰ ਗਏ। ਇਸ ਅਧਿਆਏ ਨੂੰ ਪੜ੍ਹਦੇ ਹੋਏ ਇੰਝ ਜਾਪਦਾ ਹੈ ਕਿ ਜਿਵੇਂ ਅਸੀਂ ਕਿਸੇ ਕਬਰਿਸਤਾਨ ਦੇ ਵਿੱਚੋਂ ਦੀ ਲੰਘਦੇ ਹੋਏ ਇਹ ਵੇਖ ਰਹੇ ਹਾਂ, ਇਹ ਫਲਾਣੇ ਬੰਦੇ ਦੀ ਕਬਰ ਹੈ, ਇਹ ਉਸ ਬੰਦੇ ਦੀ ਕਬਰ ਹੈ, ਇਹ ਉਸ ਬੰਦੇ ਦੀ ਕਬਰ ਹੈ। ਕਬਰਿਸਤਾਨ ਰੂਪੀ ਅਧਿਆਏ ਵਿੱਚੋਂ ਗੁਜ਼ਰਦੇ ਹੋਏ ਸਾਨੂੰ ਇੱਕ ਅਜਿਹੇ ਵਿਅਕਤੀ ਦੇ ਬਾਰੇ ਵੀ ਪਤਾ ਲੱਗਦਾ ਹੈ ਜਿਸ ਦੀ ਕਹਾਣੀ ਬਹੁਤ ਹੀ ਅਦਭੁਤ ਸੀ। ਸਾਨੂੰ ਇਸ ਅਧਿਆਏ ਵਿੱਚ ਉਸ ਦੀ ਮੌਤ ਦਾ ਜ਼ਿਕਰ ਨਹੀਂ ਮਿਲਦਾ। ਉਸ ਅਦਭੁਤ ਵਿਅਕਤੀ ਦਾ ਨਾਮ ਸੀ ਹਨੋਕ। ਹਨੋਕ 300 ਸਾਲਾਂ ਤੱਕ ਪਰਮੇਸ਼ਰ ਦੇ ਨਾਲ ਚੱਲਦਾ ਅਲੋਪ ਹੋ ਗਿਆ, ਕਿਉਂ ਜੋ ਪਰਮੇਸ਼ਰ ਨੇ ਉਸ ਨੂੰ ਸਵਰਗ ਵਿੱਚ ਆਪਣੇ ਕੋਲ ਉਤਾਹ ਚੁੱਕ ਲਿਆ। ਉਹ ਬਾਕੀ ਲੋਕਾਂ ਵਾਂਗ ਨਹੀਂ ਮਰਿਆ, ਨਾ ਸੀ ਉਸ ਦੀ ਕਬਰ ਸੀ। ਹਨੋਕ ਦੀ ਇਹ ਕਹਾਣੀ ਯਿਸੂ ਮਸੀਹ ਦੇ ਜੀਵਨ ਵੱਲ ਇਸ਼ਾਰਾ ਕਰਦੀ ਦਿਸਦੀ ਹੈ ਕਿ ਯਿਸੂ ਮਸੀਹ ਮੁਕਤੀ ਦੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਕਿਵੇਂ ਸਵਰਗ ਨੂੰ ਵਾਪਸ ਚੁੱਕ ਲਏ ਗਏ ਅਤੇ ਸਾਡੇ ਸਾਰਿਆਂ ਦਾ ਨਿਆਂ ਕਰਨ ਨੂੰ ਇੱਕ ਵਾਰ ਫਿਰ ਇਸ ਧਰਤੀ ਤੇ ਵਾਪਸ ਆਉਣਗੇ। ਦਰਸ਼ਕੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ
ਤੁਹਾਡਾ ਇੱਕ ਵਾਰ ਮੈਂ ਫਿਰ ਤੋਂ ਸਵਾਗਤ ਕਰਦਾ ਹਾਂ ਅਤੇ ਧੰਨਵਾਦ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ। ਮੈਂ ਹੁਣ ਤੁਹਾਡੇ ਲਈ ਦੁਆ ਕਰਨੀ ਚਾਹਾਂਗਾ। ਆਓ ਅਸੀਂ ਪ੍ਰਾਰਥਨਾ ਦੇ ਵਿੱਚ ਆਈਏ। ਪਿਆਰੇ ਪ੍ਰੇਮੀ ਪਰਮੇਸ਼ਵਰ, ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰ ਰਹੇ ਹਾਂ ਪਿਤਾ ਪ੍ਰਭੂ ਸ਼੍ਰੀ, ਕਿ ਤੁਸੀਂ ਮਹਿਮਾ ਦੇ ਯੋਗ ਪਰਮੇਸ਼ਵਰ ਹੋ ਪਿਤਾ ਪ੍ਰਭੂ ਸ਼੍ਰੀ। ਮੈਂ ਦੁਆ ਕਰਦਾ ਪਿਤਾ ਪ੍ਰਭੂ ਸ਼੍ਰੀ, ਤੁਸੀਂ ਸੱਚਮੁੱਚ ਆਪਣੇ ਲੋਕਾਂ ਦੇ ਨਾਲ ਰਹਿਣ ਵਾਲੇ ਪਰਮੇਸ਼ਵਰ ਹੋ। ਤੁਸੀਂ ਉਹਨਾਂ ਦੀ ਹਿਫਾਜ਼ਤ ਕਰਨ ਵਾਲੇ ਅਤੇ ਅੰਗ ਸੰਗ ਰਹਿਣ ਵਾਲੇ ਪਰਮੇਸ਼ਵਰ ਹੋ। ਪਿਆਰੇ ਪ੍ਰਭੂ ਜੀ, ਸਾਡੇ ਹਿਰਦਿਆਂ ਨੂੰ ਵੀ ਤਿਆਰ ਕਰੋ ਕਿ ਅਸੀਂ ਤੁਹਾਡੇ ਨਾਲ ਨਾਲ ਚੱਲ ਸਕੀਏ, ਜਿਸ ਤਰੀਕੇ ਨਾਲ ਹਨੋਕ ਤੁਹਾਡੇ ਨਾਲ ਨਾਲ ਚੱਲਦਾ ਸੀ। ਪਿਆਰੇ ਪ੍ਰਭੂ ਜੀ, ਤੁਸੀਂ ਮਹਾਨ ਹੋ ਪਿਤਾ ਪ੍ਰਭੂ ਸ਼੍ਰੀ, ਅਤੇ ਤੁਸੀਂ ਸਾਡੇ ਲਈ ਇਸ ਦੁਨੀਆ ਉੱਤੇ ਆਏ ਸੀ ਪਿਤਾ ਪ੍ਰਭੂ ਸ਼੍ਰੀ। ਤੁਸੀਂ ਆਪਣੇ ਅਨੋਖੇ ਕੰਮਾਂ ਦੇ ਦੁਆਰਾ ਪਿਤਾ ਪ੍ਰਭੂ ਸ਼੍ਰੀ ਲੋਕਾਂ ਨੂੰ ਚੰਗਿਆਈ ਦਿੱਤੀ ਪਿਤਾ ਪ੍ਰਭੂ ਸ਼੍ਰੀ, ਸਦੀਪਕ ਜੀਵਨ ਦੇ ਲਈ ਪ੍ਰਚਾਰ ਕੀਤਾ ਪਿਤਾ ਪ੍ਰਭੂ ਸ਼੍ਰੀ। ਅਤੇ ਪਿਤਾ ਪ੍ਰਭੂ ਸ਼੍ਰੀ, ਤੁਸੀਂ ਸਾਡੇ ਪਾਪਾਂ ਦੇ ਲਈ ਆਪਣੇ ਲਹੂ ਨੂੰ ਬਹਾਇਆ ਅਤੇ ਪਿਤਾ ਪ੍ਰਭੂ ਸ਼੍ਰੀ ਮੁਰਦਿਆਂ ਦੇ ਵਿੱਚੋਂ ਤੁਸੀਂ ਜੀ ਉੱਠੇ ਪਿਤਾ ਪ੍ਰਭੂ ਸ਼੍ਰੀ ਅਤੇ ਸਵਰਗ ਵਿੱਚ ਚਲੇ ਗਏ। ਪਿਆਰੇ ਪ੍ਰਭੂ ਜੀ, ਤੁਸੀਂ ਫੇਰ ਆਉਣ ਵਾਲੇ ਪਰਮੇਸ਼ਵਰ ਹੋ ਪਿਤਾ ਪ੍ਰਭੂ ਸ਼੍ਰੀ। ਮੈਂ ਦੁਆ ਕਰਦਾ ਪਿਤਾ ਪ੍ਰਭੂ ਸ਼੍ਰੀ, ਸਾਨੂੰ ਤਿਆਰ ਕਰੋ ਖੁਦਾਵੰਦ ਕਿ ਅਸੀਂ ਤੁਹਾਡੇ ਦੁਬਾਰਾ ਆਉਣ ਸਮੇਂ ਪਿਤਾ ਪ੍ਰਭੂ ਸ਼੍ਰੀ ਤੁਹਾਡੇ ਆਗਮਨ ਦੇ ਵਿੱਚ ਸ਼ਾਮਲ ਹੋ ਸਕੀਏ। ਪਿਆਰੇ ਪ੍ਰਭੂ ਜੀ, ਮੈਂ ਦੁਆ ਕਰਦਾ ਪਿਤਾ ਪ੍ਰਭੂ ਸ਼੍ਰੀ, ਸਾਡੇ ਮਨਾਂ ਦੇ ਵਿੱਚ ਅਗਰ ਕੋਈ ਪਾਪ ਹੈ, ਸਾਰੇ ਪਾਪਾਂ ਨੂੰ ਦੂਰ ਕਰੋ ਪਿਤਾ ਪ੍ਰਭੂ ਸ਼੍ਰੀ। ਅਤੇ ਪਿਤਾ ਪ੍ਰਭੂ ਸ਼੍ਰੀ, ਸਾਨੂੰ ਵੀ ਹਨੂਕ ਦੀ ਤਰ੍ਹਾਂ ਆਪਣੇ ਨਾਲ ਚੱਲਣ ਦਾ ਫਜ਼ਲ ਬਖਸ਼ੋ। ਪਿਆਰੇ ਪ੍ਰਭੂ ਜੀ, ਅਸੀਂ ਆਪਣੇ ਜੀਵਨਾਂ ਨੂੰ ਬਿਹਤਰ ਬਣਾ ਸਕੀਏ। ਪ੍ਰਭੂ ਜੀ, ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਸਿੱਖ ਰਹੇ ਹਾਂ ਪਿਤਾ ਪ੍ਰਭੂ ਸ਼੍ਰੀ, ਅਸੀਂ ਪਿਤਾ ਪ੍ਰਭੂ ਸ਼੍ਰੀ ਦੇਖ ਰਹੇ ਹਾਂ ਪਿਤਾ ਪ੍ਰਭੂ ਸ਼੍ਰੀ ਕਿ ਤੁਹਾਡਾ ਵਚਨ ਸਾਡੀ ਅਗਵਾਈ ਕਰਦਾ ਪਿਤਾ ਪ੍ਰਭੂ ਸ਼੍ਰੀ। ਅਤੇ ਤੁਹਾਡੇ ਵਚਨ ਦੇ ਦੁਆਰਾ ਖੁਦਾਵੰਦ ਸਾਨੂੰ ਪਤਾ ਚੱਲਦਾ ਪਿਤਾ ਪ੍ਰਭੂ ਸ਼੍ਰੀ ਕਿ ਸਾਨੂੰ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਲਈ ਤੁਹਾਡੇ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਪਿਆਰੇ ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਨਾ ਪਿਤਾ ਪ੍ਰਭੂ ਸ਼੍ਰੀ ਅਤੇ ਪ੍ਰਾਰਥਨਾ ਕਰਦਾ ਪਿਤਾ ਪ੍ਰਭੂ ਸ਼੍ਰੀ, ਆਪਣੇ ਦਰਸ਼ਕਾਂ ਦੇ ਲਈ ਖੁਦਾਵੰਦ ਤੁਸੀਂ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ ਵੱਡਾ ਰਹਿਮ ਭਰਿਆ ਹੱਥ ਰੱਖੋ। ਅਗਰ ਕੋਈ ਦੁਖੀ ਹੈ, ਬਿਮਾਰ ਹੈ, ਖੁਦਾਵੰਦ ਉਹਨਾਂ ਦੇ ਉੱਤੇ ਆਪਣੀ ਕਿਰਪਾ ਨੂੰ ਕਰੋ ਪਿਤਾ ਪ੍ਰਭੂ ਸ਼੍ਰੀ ਅਤੇ ਸ਼ਾਂਤੀ ਦਿਓ, ਚੰਗਿਆਈ ਦਿਓ। ਤੁਸੀਂ ਸਾਡੀ ਦੁਆ ਨੂੰ ਸੁਣਿਆ ਹੈ, ਕਬੂਲ ਕੀਤਾ ਹੈ, ਮੰਗਣਾ ਪਿਆਰੇ ਨਾਮ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਸੀਲੇ ਵਿੱਚ, ਆਮੀਨ। ਦੋਸਤੋ, ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰੀਕੇ ਦਾ ਲੱਗਿਆ? ਜੇਕਰ ਸਾਡੇ ਪ੍ਰੋਗਰਾਮ ਦੇ ਪ੍ਰਤੀ ਤੁਹਾਡੇ ਕੋਲੋਂ ਕੋਈ ਸੁਝਾਅ ਹੈ, ਤੁਸੀਂ ਸਾਨੂੰ ਜ਼ਰੂਰ ਫੋਨ ਕਰਕੇ ਦੱਸਿਓ। ਅਗਰ ਤੁਹਾਡੇ ਕੋਲ ਕੋਈ ਪ੍ਰਾਰਥਨਾ ਵਿਸ਼ੇ ਹੈ ਜੋ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਉਸ ਨੂੰ ਵੀ ਸਾਡੇ ਨਾਲ ਸਾਂਝੀ ਕਰੋ, ਅਸੀਂ ਤੁਹਾਡੇ ਲਈ ਦੁਆ ਕਰਾਂਗੇ। ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਅਸੀਂ ਉਤਪਤ ਦੇ ਅਗਲੇ ਅਧਿਆਇ ਦੇ ਉੱਤੇ ਵਿਚਾਰ ਕਰਾਂਗੇ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇ। ਜੈ ਮਸੀਹ ਦੀ। ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ, ਸਾਨੂੰ ਜ਼ਰੂਰ ਦੱਸੋ। ਸਾਡਾ ਫੋਨ ਨੰਬਰ ਹੈ 9041538931। ਨੰਬਰ ਇੱਕ ਵਾਰ ਫਿਰ ਸੁਣੋ, 9041538931। ਸਾਡਾ ਦੂਸਰਾ ਨੰਬਰ ਹੈ 9465177365। ਤੁਸੀਂ ਚਾਹੋ ਤਾਂ ਸਾਨੂੰ ਮਿਸ ਕਾਲ ਵੀ ਕਰ ਸਕਦੇ ਹੋ। ਮਿਸ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 0444 908 1209। ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰੋ, punjabi@radio882.com। ਚਿੱਠੀ ਲਿਖਣ ਦੇ ਲਈ ਸਾਡਾ ਪਤਾ ਹੈ TWR ਇੰਡੀਆ, ਪੋਸਟ ਬਾਕਸ ਨੰਬਰ 111, ਜਨਰਲ ਪੋਸਟ ਆਫਿਸ, ਸੈਕਟਰ 17, ਚੰਡੀਗੜ੍ਹ 16001। YouTube ਅਤੇ Facebook ਉੱਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਇਸ ਦੇ ਲਈ ਤੁਸੀਂ TWR ਇੰਡੀਆ ਪੰਜਾਬੀ ਨਾਲ ਜੁੜੋ।